ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਦੂਜਾ ਪਾਠ ਕਰਨ ਜਾ ਰਹੇ ਹੈਗੇ ਹਾਂ ਸੈਮੀਕੰਡਕਟਰਸ ਦੇ ਵਿੱਚ। ਫਸਟ ਲੈਕਚਰ ਦੇ ਵਿੱਚ ਆਪਾਂ ਕਰਿਆ ਸੀਗਾ ਕਿ ਜਿਹੜੇ ਤੁਹਾਡੇ ਡਿਸਕ੍ਰੀਟ એનર્ਜੀ ਲੈਵਲਸ ਹੁੰਦੇ ਆ ਆਈਸੋਲੇਟਡ ਐਟਮ ਦੇ ਵਿੱਚ, ਉਹ ਕਿਸ ਤਰ੍ਹਾਂ ਤੁਹਾਡੀ ਇੱਕ ਬੈਂਡ ਦੀ ਫਾਰਮੇਸ਼ਨ ਦੇ ਵਿੱਚ ਆਉਂਦੇ ਹੈਗੇ ਆ। ਹੁਣ ਇਹਦੇ ਵਿੱਚ ਆਪਾਂ ਇੱਕ ਸੈਮੀਕੰਡਕਟਰ ਦਾ ਹੀ ਐਗਜ਼ਾਮਪਲ ਲੈਂਦੇ ਹੈਗੇ ਆ, ਜਿਹਦੇ ਵਿੱਚ ਕਿਵੇਂ ਸੈਮੀਕੰਡਕਟਰਸ ਦੇ ਵਿੱਚ એનર્ਜੀ ਬੈਂਡ ਫਾਰਮ ਹੁੰਦੇ ਹੈਗੇ ਆ। ਤੋ ਲੈਟ ਅਸ ਟੇਕ ਅ ਕ੍ਰਿਸਟਲ। ਆਪਾਂ ਕੋਈ ਕ੍ਰਿਸਟਲ ਲੈ ਲੈਂਦੇ ਹਾਂ ਸਿਲੀਕੋਨ ਦਾ, ਜਿਹਦੇ ਵਿੱਚ ਕਿੰਨੇ ਐਟਮਸ ਹੈਗੇ ਹੈ, n ਐਟਮਸ ਆਫ ਦਾ ਸਿਲੀਕੋਨ। ਠੀਕ ਹੈ, ਕ੍ਰਿਸਟਲ ਮੀਨਸ ਬਹੁਤ ਸਾਰੇ ਸਿੰਗਲ ਐਟਮਸ ਜਦ ਆਪਾਂ ਉਹਨਾਂ ਨੂੰ ਕੰਬਾਈਨ ਕਰ ਲਈਦਾ ਹੈ ਤੇ ਸਾਡੇ ਕੋਲ ਇੱਕ ਸੋਲਿਡ ਫਾਰਮ ਬਣ ਜਾਂਦੀ ਹੈਗੀ ਹੈ, ਜਿਹਨੂੰ ਆਪਾਂ ਕ੍ਰਿਸਟਲ ਕਹਿੰਦੇ ਹੈਗੇ ਆ। ਸਿਲੀਕੋਨ ਦਾ ਜਿਹੜਾ ਅਟੋਮਿਕ ਨੰਬਰ ਹੈਗਾ ਉਹ 14 ਹੈਗਾ, ਅਤੇ ਉਹਨਾਂ ਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋਏਗੀ 1s2 2s2 2p6 3s2 3p2, ਯਾਨੀ ਕਿ ਜਿਹੜਾ ਉਹਨਾਂ ਦਾ ਆਊਟਰ ਮੋਸਟ ਔਰਬਿਟ ਹੈ ਉਹਦੇ ਵਿੱਚ ਤੁਹਾਡੇ ਕੋਲ 4 ਵੈਲੈਂਸ ਇਲੈਕਟ੍ਰੋਨਸ ਹੋਣਗੇ। ਸੋ ਦ ਨੰਬਰ ਆਫ ਇਲੈਕਟ੍ਰੋਨਸ ਇਨ ਆਊਟਰ ਔਰਬਿਟ ਆਫ ਈਚ ਸਿਲੀਕਨ ਐਟਮ, ਆਪਾਂ ਹਰ ਸਿਲੀਕਨ ਐਟਮ ਦੀ ਜਿਹੜੀ ਔਰਬਿਟ ਹੈਗੀ ਹੈ ਲਾਸਟ ਵਾਲੀ, ਉਹਦੇ ਵਿੱਚ ਕਿੰਨੇ ਵੈਲੈਂਸ ਇਲੈਕਟ੍ਰੋਨ ਹੋਣਗੇ, 4 ਇਲੈਕਟ੍ਰੋਨਸ ਹੋਣਗੇ। ਠੀਕ ਹੈ, ਤਾਂ ਟੋਟਲ ਨੰਬਰ ਆਫ ਇਲੈਕਟ੍ਰੋਨਸ ਇਨ ਔਰਬਿਟ ਆਫ ਅ ਕ੍ਰਿਸਟਲ, ਹੁਣ ਕ੍ਰਿਸਟਲ ਦੇ ਵਿੱਚ ਕਿੰਨੇ ਹੈਗੇ ਹੈ, ਸਾਡੇ ਕੋਲ n ਐਟਮਸ ਹੈਗੇ ਹੈ, ਅਤੇ ਇੱਕ ਔਰਬਿਟ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੈਗੇ ਹੈ, 4 ਇਲੈਕਟ੍ਰੋਨਸ ਹੈ। ਤਾਂ ਟੋਟਲ ਕ੍ਰਿਸਟਲ ਦੇ ਵਿੱਚ ਕਿੰਨੇ ਤੁਹਾਡੇ ਇਲੈਕਟ੍ਰੋਨਸ ਹੋ ਜਾਣਗੇ, 4n ਇਲੈਕਟ੍ਰੋਨਸ। ਠੀਕ ਹੈ ਬੱਚੋ। ਸੋ ਦ ਟੋਟਲ ਨੰਬਰ ਆਫ ਆਊਟਰ ਐਨਰਜੀ ਸਟੇਟਸ ਅਵੇਲੇਬਲ ਇਨ ਈਚ ਸਿਲੀਕਨ ਐਟਮ ਇਜ਼ 8n, ਯਾਨੀ ਕਿ ਟੋਟਲ ਐਨਰਜੀ ਸਟੇਟਸ ਜਿਹੜੀਆਂ ਹੈਗੀਆਂ ਕਿੰਨੀਆਂ ਅਵੇਲੇਬਲ ਹੋਣਗੀਆਂ ਸਾਡੇ ਕੋਲ ਸਿਲੀਕਨ ਐਟਮ ਦੇ ਵਿੱਚ, 8 ਕਿਸ ਤਰ੍ਹਾਂ, 2 ਸਟੇਟਸ ਜਿਹੜੀਆਂ ਹੈਗੀਆਂ ਸਾਡੀਆਂ S ਦੀਆਂ ਹੋਣਗੀਆਂ ਅਤੇ 6 ਸਟੇਟਸ ਜਿਹੜੀਆਂ ਹੈਗੀਆਂ ਸਾਡੀਆਂ P ਦੀ, ਯਾਨੀ ਕਿ S ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੇ ਕੋਲ 2 ਇਲੈਕਟ੍ਰੋਨਸ ਆ ਸਕਦੇ ਹੈਗੇ ਆ, ਅਤੇ ਜਿਹੜੀ P ਵਾਲੀ ਸਟੇਟ ਹੈਗੀ ਹੈ ਉਹਦੇ ਵਿੱਚ ਤੁਹਾਡੇ ਕੋਲ ਮੈਕਸੀਮਮ ਕਿੰਨੇ ਇਲੈਕਟ੍ਰੋਨਸ ਆ ਸਕਦੇ ਆ, 6, 2 ਇਹਦੇ ਵਿੱਚ, 2 ਇਹਦੇ ਵਿੱਚ ਅਤੇ 2 ਇਹਦੇ ਵਿੱਚ। ਤਾਂ ਟੋਟਲ ਇਹਦੇ ਵਿੱਚ ਕਿੰਨੇ ਹੋ ਗਏ, 6, ਅਤੇ ਇਹਦੇ ਵਿੱਚ ਕਿੰਨੇ ਹੋ ਗਏ, 2, ਅਤੇ ਅਵੇਲੇਬਲ ਟੋਟਲ ਕਿੰਨੇ ਆ ਸਕਦੇ, ਯਾਨੀ ਕਿ 8 ਤੁਹਾਡੇ ਇਲੈਕਟ੍ਰੋਨਸ ਆ ਸਕਦੇ ਹੈਗੇ ਆ। ਪਰ ਸਿਲੀਕੋਨ ਐਟਮ ਦੇ ਵਿੱਚ ਕਿੰਨੇ ਆਊਟਰ ਮੋਸਟ ਔਰਬਿਟ ਦੇ ਵਿੱਚ ਹੈਗੇ ਆ ਇਲੈਕਟ੍ਰੋਨ, 4। ਸੋ ਆਊਟ ਆਫ 8n ਐਨਰਜੀ ਸਟੇਟਸ ਜਿਹੜੀਆਂ ਹੈਗੀਆਂ ਸਾਡੇ ਕੋਲ, 4n ਆਰ ਫਿਲਡ ਵਿਦ ਇਲੈਕਟ੍ਰੋਨਸ ਐਂਡ 4n ਆਰ ਵੇਕੈਂਟ, ਕਿਉਂਕਿ 4 ਜਿਹੜੇ ਔਰਬਿਟ ਇਲੈਕਟ੍ਰੋਨਸ ਹੈਗੇ ਆ ਲਾਸਟ ਔਰਬਿਟ ਦੇ ਵਿੱਚ, ਉਹ 8 ਦੇ ਵਿੱਚੋਂ 4 ਦੇ ਵਿੱਚ ਤਾਂ ਉਹਨਾਂ ਨੇ ਆਕੂਪਾਈ ਕਰ ਲਈ ਉਹ ਸਟੇਟਸ, ਤੇ 4 ਸਾਡੀਆਂ ਜਿਹੜੀਆਂ ਹੋ ਗਈਆਂ ਖਾਲੀ ਰਹਿ ਗਈਆਂ। ਔਰ ਦਿਸ ਇਜ਼ ਐਟ 0 ਕੈਲਵਿਨ, ਜਦ ਤੁਹਾਡਾ ਟੈਂਪਰੇਚਰ ਜਿਹੜਾ ਹੈਗਾ 0 ਕੈਲਵਿਨ ਹੈਗਾ। ਠੀਕ ਹੈ, ਇਸ ਟਾਈਮ ਜਿਹੜਾ ਤੁਹਾਡਾ ਸੈਮੀ ਕੰਡਕਟਰ ਹੈਗਾ ਇਟ ਬਿਹੇਵਸ ਐਜ਼ ਇਨਸੂਲੇਟਰ, ਕਿਉਂਕਿ ਉਹਦੇ ਕੋਲ ਕੋਈ ਵੀ ਫ੍ਰੀ ਇਲੈਕਟ੍ਰੋਨ ਨਹੀਂ ਹੁੰਦਾ। ਅਤੇ ਇਹ ਮੈਂ ਤੁਹਾਨੂੰ ਸਟੇਟਸ ਦੱਸੀਆਂ ਹੈ ਕਿ 3s ਦੀਆਂ ਕਿੰਨੀਆਂ ਸਟੇਟਸ ਹੈ, ਅਤੇ 3p ਦੇ ਵਿੱਚ ਜਿਹੜੇ 2 ਇਲੈਕਟ੍ਰੋਨਸ ਤੁਹਾਡੇ, ਆ ਜਿਹੜਾ ਇਲੈਕਟ੍ਰੋਨ ਹੈ ਇਟ ਮੇ ਬੀ ਇਨ ਦਿਸ ਔਰਬਿਟ। ਠੀਕ ਹੈ, ਪਹਿਲਾਂ ਉਹ ਸਿੰਗਲ ਆਕੂਪਾਈ ਕਰਦਾ ਹੈ, ਫਿਰ ਪੇਅਰਿੰਗ ਹੁੰਦੀ ਹੈ। ਹੁਣ ਇਸ ਚੀਜ਼ ਨੂੰ ਆਪਾਂ ਡਾਇਗਰਾਮ ਦੇ ਨਾਲ ਐਕਸਪਲੇਨ ਕਰਦੀ ਹਾਂ ਮੈਂ ਤੁਹਾਨੂੰ, ਅਤੇ ਇਹ ਜਿਹੜੀ ਸਾਡੀ ਡਾਇਗਰਾਮ ਹੈਗੀ ਹੈ ਇਹ ਐਨਰਜੀ ਆਫ ਇਲੈਕਟ੍ਰੋਨਸ ਜਿਹੜੇ ਆਊਟਰ ਮੋਸਟ ਸ਼ੈਲ ਦੇ ਵਿੱਚ ਹੈਗੇ ਆ ਉਹਨਾਂ ਨੂੰ ਡਿਸਕਸ ਕਰਦੇ ਹੈਗੇ ਆ। ਠੀਕ ਹੈ ਬੱਚੋ, ਜਿਹੜਾ ਇਹ ਅਲੋਂਗ ਦਾ ਹੌਰੀਜੈਂਟਲ ਜਿਹੜਾ ਹੈਗਾ ਇਹ ਤਾਂ ਡਿਸਟੈਂਸ ਬਿਟਵੀਨ ਦਾ 2 ਕ੍ਰਿਸਟਲ, ਯਾਨੀ ਕਿ 2 ਐਟਮਸ ਜਿਹੜੇ ਹੈਗੇ ਆ ਉਹਨਾਂ ਦੇ ਆਪਸ ਦੇ ਵਿੱਚ ਦਾ ਜਿਹੜਾ ਡਿਸਟੈਂਸ ਹੈ ਦੈਟ ਇਜ਼ r। ਠੀਕ ਹੈ, ਅਤੇ ਉਹਨੂੰ ਆਪਾਂ ਇਨ ਟਰਮਸ ਆਫ 1 r ਵੇਰੀ ਕਰ ਰਹੇ ਹੈਗੇ ਆ। ਦੂਜੀ ਇਸ ਸਾਈਡ ਨੂੰ ਵਰਟੀਕਲ ਸਾਈਡ ਨੂੰ ਤੁਹਾਡੀ ਐਨਰਜੀ ਆਫ ਇਲੈਕਟ੍ਰੋਨਸ ਹੈ, ਮੀਨਸ 3s ਸਟੇਟ ਦੀ ਕੀ ਐਨਰਜੀ ਹੈ, 3p ਸਟੇਟਸ ਦੀ ਕੀ ਐਨਰਜੀ ਹੈ। ਜਦ ਸਾਡੇ ਕੋਲ ਆਈਸੋਲੇਟਡ ਐਟਮ ਹੈ, ਆਈਸੋਲੇਟਡ ਐਟਮ ਮੀਨਸ ਐਟਮਸ ਜਿਹੜੇ ਤੁਹਾਡੇ ਅਲੱਗ-ਅਲੱਗ ਪਏ ਹੋਏ ਹੈਗੇ ਆ, ਅਤੇ ਉਹਨਾਂ ਦੀ ਜਿਹੜੀ 3s ਸਟੇਟ ਹੈਗੀ ਹੈ ਉਹਦੇ ਵਿੱਚ 2 ਇਲੈਕਟ੍ਰੋਨਸ ਪਏ ਹੈਗੇ ਆ। ਠੀਕ ਹੈ, ਔਰ ਜਿਹੜੀ 3p ਸਟੇਟਸ ਹੈਗੀਆਂ ਉਹਦੇ ਵਿੱਚ ਵੀ 2n ਇਲੈਕਟ੍ਰੋਨਸ ਪਏ ਹੈਗੇ ਆ, ਔਰ ਇਹ ਇਲੈਕਟ੍ਰੋਨਸ ਅਲੱਗ-ਅਲੱਗ ਸਟੇਟਸ ਦੇ ਵਿੱਚ ਆਪਣੇ ਪਏ ਹੋਏ ਹੈ। ਜਿਸ ਤਰ੍ਹਾਂ ਆਪਾਂ ਵੇਅਰ r ਇਜ਼ ਦਾ ਡਿਸਟੈਂਸ ਬਿਟਵੀਨ ਦਾ ਐਟਮਸ। ਠੀਕ ਹੈ, ਅਤੇ ਇਨ ਐਨ ਆਈਸੋਲੇਟਡ ਐਟਮ ਇਲੈਕਟ੍ਰੋਨਸ ਹੈਵ ਡਿਸਕ੍ਰੀਟ ਐਨਰਜੀ ਲੈਵਲਸ, ਮੀਨਸ ਹਰ ਐਨਰਜੀ ਲੈਵਲ ਦੀ ਇੱਕ ਪਰਟੀਕੂਲਰ ਵੈਲਿਊ ਹੋਏਗੀ। ਅਗਰ ਇਲੈਕਟ੍ਰੋਨਸ ਕੋਲ ਉਹ ਵੈਲਿਊ ਹੈਗੀ ਹੈ ਤਾਂ ਹੀ ਉਹ ਉਸ ਔਰਬਿਟ ਦੇ ਵਿੱਚ ਲਾਈ ਕਰੇਗਾ।
ਠੀਕ ਹੈ। ਐਜ਼ ਵੀ ਗੋ ਅਲੋਂਗ 1/r 1/r ਮੀਨਸ ਜਿਸ ਤਰ੍ਹਾਂ ਅਸੀਂ ਦੋ ਆਈਸੋਲੇਟਿਡ ਐਟਮਸ ਨੂੰ ਕਲੋਜ਼ ਲੈ ਕੇ ਆਉਂਦੇ ਹੈਗੇ ਹੈ ਤਾਂ ਉਹਨਾਂ ਦੇ ਵਿੱਚ ਡਿਸਟੈਂਸ ਕੀ ਹੋਏਗਾ, ਡਿਕਰੀਜ਼ ਹੋ ਜਾਏਗਾ ਅਤੇ ਐਟਮਸ ਵਿਲ ਬਿਕਮ ਮੋਰ ਕਲੋਜ਼ਰ। ਤਾਂ ਉਹਦੇ ਨਾਲ ਕੀ ਹੋਏਗਾ, ਜਿਹੜੇ ਇਲੈਕਟਰੋਨਸ ਦੀ ਜਿਹੜੀ ਆਊਟਰ ਮੋਸਟ ਔਰਬਿਟ ਵਾਲੇ ਜਿਹੜੇ ਇਲੈਕਟਰੋਨਸ ਹੋਣਗੇ ਉਹ ਇੰਟਰੈਕਟ ਕਰਨਗੇ। ਕਿਹਦੇ ਨਾਲ ਇੰਟਰੈਕਟ ਕਰਨਗੇ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਇਹ ਦੋ ਐਟਮਸ ਹੈ ਜਦ ਇਹ ਕਲੋਜ਼ ਆ ਜਾਂਦੇ ਆ ਤੇ ਇਹਦਾ ਇਲੈਕਟ੍ਰੋਨ ਇਹਦੇ ਦੂਜੇ ਦੇ ਇਲੈਕਟ੍ਰੋਨ ਨਾਲ ਤੇ ਉਹਦੇ ਨਿਊਕਲੀਅਸ ਦੇ ਨਾਲ ਇੰਟਰੈਕਟ ਕਰੇਗਾ। ਇੰਟਰੈਕਸ਼ਨ ਦੇ ਨਾਲ ਕੀ ਹੋਏਗਾ, ਜਿਹੜੀਆਂ ਉਹਦੀ એનર્ਜੀ ਹੈਗੀ ਹੈ ਉਹ ਥੋੜੀ ਜੀ ਚੇਂਜ ਹੋ ਜਾਏਗੀ। ਚੇਂਜ ਮੀਨਸ ਜੋ ਆਈਸੋਲੇਟਿਡ ਲੈਵਲ ਦੇ ਵਿੱਚ ਉਹਦੀ એનર્ਜੀ ਸੀਗੀ, ਡਿਸਕ੍ਰੀਟ ਵੈਲਿਊ ਸੀਗੀ, ਹੁਣ ਜਿਹੜੀ ਮੋਲੀਕਿਊਲਸ ਦੇ ਵਿੱਚ ਕੀ ਹੋਏਗੀ, ਉਹ ਵੈਲਿਊ ਥੋੜੀ ਜਿਹੀ ਜ਼ਿਆਦਾ ਹੋ ਜਾਏਗੀ ਜਾਂ ਥੋੜੀ ਜੀ ਘੱਟ ਹੋ ਜਾਏਗੀ। ਸੋ ਮੋਰ ਦੇ ਬਿਕਮ ਕਲੋਜ਼ਰ ਮੋਰ ਵਿਲ ਬੀ ਦਾ ਇੰਟਰੈਕਸ਼ਨ। ਜਿਸ ਤਰ੍ਹਾਂ ਐਟਮਸ ਆਪਣੇ ਨਜ਼ਦੀਕ ਆਉਂਦੇ ਜਾਣਗੇ ਉਹਨਾਂ ਦੇ ਵਿੱਚ ਇੰਟਰੈਕਸ਼ਨ ਜਿਹੜੀ ਹੋਏਗੀ ਉਹ ਵੱਧਦੀ ਜਾਏਗੀ। ਜਿੰਨੀ ਜ਼ਿਆਦਾ ਇੰਟਰੈਕਸ਼ਨ ਹੋਏਗੀ ਉਨੀ ਜ਼ਿਆਦਾ ਜਿਹੜੀ ਤੁਹਾਡੀ ਸਪਲਿਟਿੰਗ ਆਫ એનર્ਜੀ ਲੈਵਲਸ ਹੋਣਗੇ। ਜਿਵੇਂ ਡਾਇਗਰਾਮ ਦੇ ਵਿੱਚ ਆਪਾਂ ਦੱਸਿਆ ਹੈ, ਦਿਸ ਪੋਜੀਸ਼ਨ ਰਿਪਰੈਜ਼ੈਂਟਸ ਦਾ ਸਪਲਿਟਿੰਗ ਆਫ એનર્ਜੀ ਲੈਵਲਸ। ਜਿਸ ਤਰ੍ਹਾਂ ਐਟਮਸ ਕਲੋਜ਼ ਆਉਂਦੇ ਜਾ ਰਹੇ ਹੈ ਉਹਨਾਂ ਦੇ ਜਿਹੜੇ એનર્ਜੀ ਲੈਵਲਸ ਹੈਗੇ ਆ ਉਹ ਸਪਲਿਟ ਹੁੰਦੇ ਜਾ ਰਹੇ ਹੈਗੇ ਆ। ਠੀਕ ਹੈ, ਤਾਂ ਇਸ ਤਰ੍ਹਾਂ ਤੁਹਾਡਾ ਵੱਧਦਾ ਜਾਊਗਾ ਅਤੇ ਉਹਦੇ ਨਾਲ ਕੀ ਹੋਏਗਾ ਕਿ ਦ ਫੋਰਬਿਡਨ ਗੈਪ ਬਿਟਵੀਨ ਦਾ એનર્ਜੀ ਲੈਵਲਸ, ਯਾਨੀ ਕਿ ਦੋ એનર્ਜੀ ਲੈਵਲਸ ਅਗਰ ਇਹ ਸਾਡੇ ਕੋਲ ਐਸ ਅਤੇ ਪੀ ਹੈ, ਇਹ ਐਸ એનર્ਜੀ ਲੈਵਲ ਆ ਇੱਕ ਪੀ એનર્ਜੀ ਲੈਵਲ ਹੈ, ਦੋਨਾਂ ਦੇ ਵਿੱਚ ਜਿਹੜਾ એનર્ਜੀ ਗੈਪ ਹੈ ਯਾਨੀ ਕਿ ਜਾਂ ਤਾਂ ਇਲੈਕਟ੍ਰੋਨ ਕੋਲ ਇਹ ਵਾਲੀ એનર્ਜੀ ਹੋਣੀ ਚਾਹੀਦੀ ਹੈ ਐਸ ਵਾਲੀ, ਜਾਂ ਇਲੈਕਟ੍ਰੋਨ ਕੋਲ ਪੀ ਵਾਲੀ એનર્ਜੀ ਹੋਣੀ ਚਾਹੀਦੀ ਹੈ। ਅਤੇ ਜਿਹੜਾ ਦੋਨਾਂ ਦਾ ਵਿੱਚ ਗੈਪ ਹੈਗਾ ਹੈ ਇਹ ਹੌਲੀ ਜਿਹੜਾ ਹੈਗਾ ਇਹ ਗੈਪ ਰਿਮੂਵ ਹੋਣਾ ਸ਼ੁਰੂ ਹੋ ਜਾਂਦਾ। ਯਾਨੀ ਕਿ ਜਿਹੜੇ ਪੀ ਵਾਲੇ ਔਰਬਿਟ ਹੈਗੇ ਹੈ ਉਹਦੀ ਜਿਹੜੀ ਸਪਲਿਟਿੰਗ ਹੈ ਥੋੜ੍ਹੀ ਨੀਚੇ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ, ਔਰ ਐਸ ਵਾਲੇ ਔਰਬਿਟਸ ਦੀ ਜਿਹੜੀ ਸਪਲਿਟਿੰਗ ਹੈ ਥੋੜ੍ਹੀ ਜਿਹੀ ਉੱਪਰ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਆਹ ਦੇਖੋ ਤੁਹਾਨੂੰ ਇੱਥੇ ਐਕਸਪਲੇਨ ਕੀਤਾ ਹੈ, ਜਿਹੜੇ ਇਹ ਐਸ ਵਾਲੇ ਔਰਬਿਟ ਹੈ ਇਹ ਥੋੜ੍ਹੇ ਉੱਪਰ ਨੂੰ ਜਾ ਰਹੇ ਹੈਗੇ ਹੈ, ਔਰ ਜਿਹੜੇ ਪੀ ਵਾਲੇ ਔਰਬਿਟ ਹੈਗੇ ਹੈ ਜਿਹੜੀ ਸਪਲਿਟਿੰਗ ਹੈ ਥੋੜ੍ਹੀ ਨੀਚੇ ਨੂੰ ਆ ਰਹੀ, ਮੀਨਸ ਉਹਨਾਂ ਦੀ એનર્ਜੀ ਘੱਟ ਰਹੀ ਹੈਗੀ ਹੈ। ਤਾਂ ਥੋੜ੍ਹੀ ਦੇਰ ਬਾਅਦ ਤੁਸੀਂ ਦੇਖੋਗੇ ਐਟਮਸ ਜਿਹੜੇ ਹੈਗੇ ਆ ਆਪਸ ਦੇ ਵਿੱਚ ਇੰਨੇ ਕਲੋਜ਼ ਆ ਜਾਣਗੇ ਕਿ ਜਿਹੜੀ ਗੈਪ ਹੈ ਉਹਨਾਂ ਦੇ ਵਿੱਚ ਜਿਹੜਾ એનર્ਜੀ ਗੈਪ ਸੀਗਾ, ਆਹ ਵਾਲਾ ਜਿਹੜਾ એનર્ਜੀ ਗੈਪ ਸੀਗਾ ਇਟ ਵਿਲ ਆਲਮੋਸਟ ਡਿਕਰੀਜ਼ ਹੋ ਜਾਏਗਾ, ਬਹੁਤ ਜ਼ਿਆਦਾ ਘੱਟ ਹੋ ਜਾਏਗਾ। ਅਤੇ ਜਿਹੜੇ 3 ਪੀ ਸਟੇਟ ਦੀਆਂ એનર્ਜੀ ਲਾਈਨਸ ਅਤੇ 2 ਸਟੇਟਸ ਦੀਆਂ એનર્ਜੀ ਲਾਈਨਸ ਆਪਸ ਦੇ ਵਿੱਚ ਮਿਲ ਜਾਣਗੀਆਂ। ਅਤੇ ਜਦ ਇਹ ਆਪਸ ਦੇ ਵਿੱਚ ਮਿਲ ਜਾਣਗੀਆਂ ਤੁਹਾਡੇ ਕੋਲ ਇੱਕ ਲਾਰਜ એનર્ਜੀ ਲਾਈਨਸ ਆ ਜਾਣਗੀਆਂ। ਠੀਕ ਹੈ, there will be no restriction on the electron to move from 3s subshell to 3p subshell। ਯਾਨੀ ਕਿ ਇਲੈਕਟ੍ਰੋਨ ਜਿਹੜਾ 2n ਸਟੇਟਸ ਦੇ ਵਿੱਚ ਸੀਗਾ ਉਹ ਈਜ਼ੀਲੀ ਉੱਪਰ ਵਾਲੀ ਸਟੇਟ ਦੇ ਵਿੱਚ ਜਾ ਸਕਦਾ ਹੈ ਅਤੇ ਉੱਪਰ ਵਾਲਾ ਇਲੈਕਟ੍ਰੋਨਸ ਨੀਚੇ ਵਾਲੀ ਸਟੇਟ ਦੇ ਵਿੱਚ ਆ ਸਕਦਾ ਹੈ। ਤੁਸੀਂ ਡਿਸਟਿੰਗਵਿਸ਼ ਨਹੀਂ ਕਰ ਪਾਓਗੇ ਵੀ ਇਲੈਕਟ੍ਰੋਨਸ ਕਿਹੜਾ ਹੈਗਾ, ਕਿਹੜੀ ਸਟੇਟ ਦਾ ਹੈਗਾ। ਠੀਕ ਹੈ, ਯਾਨੀ ਕਿ ਸਾਡੇ ਕੋਲ 8 ਸਟੇਟਸ ਇਕੱਠੀਆਂ ਆ ਗਈਆਂ, ਪਹਿਲਾਂ ਅਲੱਗ-ਅਲੱਗ ਸੀਗੀਆਂ 6 3p ਦੀ ਸਟੇਟਸ ਸੀਗੀਆਂ ਅਤੇ 2 ਜਿਹੜੀਆਂ ਸੀਗੀਆਂ ਐਸ ਦੀਆਂ ਸਟੇਟਸ ਸੀਗੀਆਂ। ਹੁਣ ਉਹ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਤੁਹਾਡੀਆਂ ਇਕੱਠੀਆਂ ਹੋ ਗਈਆਂ, ਮੀਨਸ 8 ਸਟੇਟਸ ਤੁਹਾਡੇ ਕੋਲ ਅਵੇਲੇਬਲ ਹੋ ਗਈ ਕੰਟੀਨਿਊਸ਼ਨ ਦੇ ਵਿੱਚ। ਠੀਕ ਹੈ ਬੱਚੋ, ਤਾਂ ਇਹਦੇ ਵਿੱਚ ਕੀ ਹੋਏਗਾ, ਜਿਹੜਾ ਇਲੈਕਟ੍ਰੋਨਸ ਹੈਗਾ ਹੈ ਤੁਹਾਡਾ it will form it will be continuously distributed and forming a energy bands। ਜਿਹੜੀਆਂ ਹੁਣ ਸਾਡੀਆਂ 8 એનર્ਜੀ ਸਟੇਟਸ ਹੈਗੀਆਂ ਪੂਰੀਆਂ ਇਕੱਠੀਆਂ ਆ ਗਈਆਂ, 6n ਜਿਹੜੀਆਂ P ਦੀਆਂ ਆ ਗਈਆਂ ਅਤੇ 2n ਜਿਹੜੀਆਂ ਹੈਗੀਆਂ S ਦੀਆਂ ਆ ਗਈਆਂ, ਉਹ ਆਪਸ ਦੇ ਵਿੱਚ ਮਰਜ ਕਰ ਗਈਆਂ, ਦੋਨਾਂ ਦੇ ਵਿੱਚ ਕੋਈ એનર્ਜੀ ਗੈਪ ਨਹੀਂ ਰਿਹਾ। ਤਾਂ ਟੋਟਲ ਸਾਡੇ ਕੋਲ ਅਵੇਲੇਬਲ ਕਿੰਨੀਆਂ ਹੋ ਗਈਆਂ 8n। ਤਾਂ ਆਪਾਂ ਡਿਸਟਿੰਗਵਿਸ਼ ਨਹੀਂ ਕਰ ਪਾਵਾਂਗੇ ਵੀ ਕਿਹੜਾ ਇਲੈਕਟ੍ਰੋਨ ਕਿਹੜੀ ਸਬਸ਼ੈਲ ਦਾ ਹੈਗਾ। ਠੀਕ ਹੈ, ਸਿਰਫ ਆਪਾਂ ਇੰਨਾ ਦੱਸ ਪਾਵਾਂਗੇ ਕਿ ਜਿਹੜੇ 4 ਇਲੈਕਟ੍ਰੋਨ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਇਲੈਕਟ੍ਰੋਨਸ ਪਏ ਹੋਏ ਹੈਗੇ ਆ ਅਤੇ 4 ਜਿਹੜੀਆਂ ਸਟੇਟਸ ਹੈਗੀਆਂ ਉਹ ਖਾਲੀ ਹੈਗੀਆਂ ਆਊਟ ਆਫ n ਸਟੇਟਸ। ਠੀਕ ਹੈ ਬੱਚੋ, ਫਿਰ ਤੁਹਾਡੇ ਕੋਲ ਆਉਂਦਾ ਹੈਗਾ ਕਿ ਕ੍ਰਿਸਟਲ ਫਾਰਮੇਸ਼ਨ ਹੋ ਜਾਂਦੀ ਹੈ। ਕ੍ਰਿਸਟਲ ਫਾਰਮੇਸ਼ਨ ਕਦ ਹੁੰਦੀ ਹੈ, ਵੈਨ ਦਾ ਡਿਸਟੈਂਸ ਇਜ਼ ਇਕੁਅਲ ਟੂ ਇੰਟਰਮੋਲੀਕੂਲਰ ਡਿਸਟੈਂਸ। 2 ਐਟਮਸ ਦੇ ਵਿੱਚ ਦਾ ਜਿਹੜਾ ਇੰਟਰਮੋਲੀਕੂਲਰ ਡਿਸਟੈਂਸ ਹੋਏਗਾ
that will be this, means ਉਹ ਆਪਸ ਦੇ ਵਿੱਚ ਜੁੜ ਜਾਣਗੇ, then the crystal will be form। ਤੇ ਇਹਦੇ ਵਿੱਚ ਕੀ ਹੋਏਗਾ, ਜਿਹੜੇ 2n ਇਲੈਕਟ੍ਰੋਨਸ ਹੈਗੇ ਆ 3p सबशैल they will move to 3s सबशैल, मीन्स ਉਹ ਨੀਚੇ ਆ ਜਾਣਗੇ because each electron want to occupy the stable state, ਉਹ ਇੱਕ ਆਪਣੀ stable state ਦੇ ਵਿੱਚ ਰਹਿਣਾ ਚਾਹੁੰਦਾ ਹੈਗਾ। ਤੇ ਇਹਦੇ ਨਾਲ ਕੀ ਹੋਏਗਾ, ਜਿਹੜੀ ਫਰਦਰ ਸਪਰੈਡਿੰਗ ਹੋਏਗੀ, ਬੈਂਡਸ ਜਿਹੜੇ ਹੈਗੇ ਹੁਣ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਣਗੇ, ਕੁਝ ਬੈਂਡਸ ਤੁਹਾਡੇ ਜਿਹੜੇ ਉੱਪਰ ਦੀ ਤਰਫ ਮੂਵ ਕਰ ਜਾਣਗੇ ਤੇ ਕੁਝ ਬੈਂਡ ਤੁਹਾਡੇ ਨੀਚੇ ਦੀ। ਹੁਣ ਦੇਖੋ ਇਸ ਪੋਜੀਸ਼ਨ ਦੇ ਉੱਤੇ ਜਦ ਤੁਹਾਡਾ ਕ੍ਰਿਸਟਲ ਬਣ ਗਿਆ ਹੈਗਾ ਤੇ ਇਹਦੇ ਉੱਤੇ ਕੀ ਹੋਏਗਾ, ਸਪਰੈਡਿੰਗ ਹੋ ਗਈ ਬੈਂਡਸ ਦੀ, ਮੀਨਸ ਜਿਹੜੇ ਇਲੈਕਟ੍ਰੋਨਸ ਇਸ 3p ਵਾਲੇ ਸੀਗੇ ਉਹ ਨੀਚੇ ਮੂਵ ਕਰ ਗਏ 2n ਸਟੇਟਸ, ਕਿਉਂਕਿ ਉਹ ਲੋਅਰ ਉਹਨਾਂ ਨੂੰ ਅਵੇਲੇਬਲ ਹੋ ਰਹੀ ਹੈ ਲੋਅਰ ਸਟੇਬਲ ਸਟੇਟ, ਤਾਂ ਉਹ ਸਟੇਬਲ ਸਟੇਟ ਦੇ ਵਿੱਚ ਆਉਣਾ ਚਾਹੁੰਦੇ ਆ, ਉਹ 3p ਦੇ ਵਿੱਚ ਰਹਿਣ ਦੀ ਬਜਾਏ 3s ਸਟੇਟ ਦੇ ਵਿੱਚ ਆ ਜਾਂਦੇ ਆ, ਯਾਨੀ ਕਿ ਸਾਰੇ ਦੇ ਸਾਰੇ ਇਲੈਕਟ੍ਰੋਨਸ ਜਿਹੜੇ ਹੈਗੇ ਆ ਐਸ ਸਟੇਟ ਦੇ ਵਿੱਚ ਸਪੇਸ ਆਕੂਪਾਈ ਕਰਦੇ ਆ। ਤੇ ਇਹਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜਾ ਬੈਂਡਸ ਦੀ ਫਰਦਰ ਸਪਲਿਟਿੰਗ ਹੋ ਜਾਂਦੀ ਹੈਗੀ ਹੈ, ਤੇ ਫਰਦਰ ਸਪਲਿਟਿੰਗ ਦੇ ਵਿੱਚ ਇੱਕ ਬੈਂਡ ਤੁਹਾਡਾ ਟੋਟਲੀ ਐਮਟੀ ਹੋ ਜਾਂਦਾ ਹੈਗਾ, ਵੇਕੈਂਟ ਹੋ ਜਾਂਦਾ ਹੈ, ਖਾਲੀ ਹੋ ਜਾਂਦਾ ਹੈ, ਤੇ ਜਿਹੜਾ ਨੀਚੇ ਵਾਲਾ ਹੁੰਦਾ ਹੈ ਜਿਹਦੇ ਲੋਅਰ ਸਟੇਟ ਦੇ ਵਿੱਚ ਸਾਰੇ ਦੇ ਸਾਰੇ ਇਲੈਕਟ੍ਰੋਨਸ ਆ ਜਾਂਦੇ ਹੈਗੇ ਆ। ਤੇ ਦੇਅਰਫੋਰ 4n ਸਟੇਟ ਜਿਹੜੀ ਹੈਗੀ ਤੁਹਾਡੀ ਫਿਲਡ ਹੋ ਗਈ ਹੈ, ਤੇ ਜਿਹੜੀ 4n ਸਟੇਟ ਤੁਹਾਡੀ ਜਿਹੜੀ ਹੈਗੀ ਹੈ ਵੇਕੈਂਟ ਹੋ ਗਈ ਹੈਗੀ ਹੈ। ਯਾਨੀ ਕਿ ਐਟ ਕ੍ਰਿਸਟਲ ਜਦ ਕ੍ਰਿਸਟਲ ਬਣਦਾ ਹੈਗਾ ਤੁਹਾਡੀ ਜਿਹੜੀਆਂ ਐਨਰਜੀ ਲੈਵਲਸ ਹੈਗੀਆਂ ਉਹ ਸਪਲਿਟ ਹੋ ਜਾਂਦੀਆਂ ਦੋ ਪਾਰਟਸ ਦੇ ਵਿੱਚ, ਇੱਕ ਫਿਲਡ ਔਰ ਦੂਸਰੀ ਵੇਕੈਂਟ। ਜਿਹੜੀ ਫਿਲਡ ਪਾਰਟ ਹੁੰਦੀ ਹੈਗੀ ਆ ਉਹਨੂੰ ਆਪਾਂ ਕਹਿੰਦੇ ਹੈਗੇ ਆ ਵੈਲੈਂਸ ਬੈਂਡ, means some of the energy levels move upward and some of the move downward। ਜਿਹੜੇ ਨੀਚੇ ਆ ਜਾਂਦੇ ਹੈਗੇ ਲੋਅਰ ਐਨਰਜੀ ਦੇ ਵਿੱਚ ਹੁੰਦੇ ਆਲਵੇਜ਼ ਇਲੈਕਟ੍ਰੋਨਸ ਉਹਦੇ ਵਿੱਚ ਹੀ ਹੋਣਗੇ, ਕਿਉਂਕਿ ਇਲੈਕਟ੍ਰੋਨਸ ਆਪਣੀ ਸਟੇਬਲ ਸਟੇਟ ਦੇ ਵਿੱਚ ਰਹਿਣਾ ਚਾਹੁੰਦੇ ਹੈਗੇ ਆ, ਤੇ ਜਿਹੜੇ ਲੋਅਰ ਲੈਵਲ ਹੋਏਗਾ that will be the field level and this field level of band is known as valence band। So the lower energy band which is filled with valence electrons are called valence band। ਇਸ ਨੂੰ ਤੁਸੀਂ VB ਦੇ ਨਾਲ ਵੀ ਰਿਪਰੈਜ਼ੈਂਟ ਕਰਦੇ ਹੋ। ਤੇ ਵੈਲੈਂਸ ਬੈਂਡ ਦੇ ਉੱਪਰ ਜਿਹੜਾ ਬੈਂਡ ਹੈਗਾ ਜਿਹੜਾ ਖਾਲੀ ਹੈ, ਅਗਰ ਆਪਾਂ ਫਿਗਰ ਦੇ ਵਿੱਚ ਦੇਖਦੇ ਹਾਂ ਤੇ ਆਹ ਵੈਲੈਂਸ ਬੈਂਡ ਜਿਹੜਾ ਹੈਗਾ ਤੁਹਾਡਾ ਭਰਿਆ ਹੋਇਆ ਹੈਗਾ ਇਲੈਕਟ੍ਰੋਨਸ ਦੇ ਨਾਲ, ਤੇ ਔਰ ਇਹ ਜਿਹੜਾ ਬੈਂਡ ਹੈ ਜਿਹੜਾ ਇਹ ਖਾਲੀ ਹੈ, ਦਿਸ ਬੈਂਡ ਇਜ਼ ਐਮਟੀ ਬੈਂਡ, ਇਹਦੇ ਵਿੱਚ ਕੋਈ ਇਲੈਕਟ੍ਰੋਨਸ ਨਹੀਂ ਹੈਗੇ ਹੈ, ਤਾਂ ਦਿਸ ਬੈਂਡ ਇਜ਼ ਕਾਲਡ ਕੰਡਕਸ਼ਨ ਬੈਂਡ। ਯਾਨੀ ਕਿ ਇਲੈਕਟ੍ਰੋਨਸ ਦੇ ਵਿੱਚ ਅਗਰ ਐਨਰਜੀ ਆਪਾਂ ਕਿਸੇ ਵੀ ਤਰ੍ਹਾਂ ਅਗਰ ਵੈਲੈਂਸ ਬੈਂਡ ਵਾਲੇ ਇਲੈਕਟ੍ਰੋਨਸ ਐਨਰਜੀ ਲੈਂਦੇ ਹੈਗੇ ਹੈ ਤਾਂ ਦੇ ਕੈਨ ਈਜ਼ੀਲੀ ਜੰਪ ਟੂ ਦ ਕੰਡਕਸ਼ਨ ਬੈਂਡ। ठीक है बच्चों। सो कंडक्शन बैंड ये नहीं भी हमेशा खाली रहेगा और डिपेंड करेगा कि ਉਹਦੇ ਵਿੱਚ ਇਲੈਕਟ੍ਰੋਨਸ ਕਿੰਨੇ ਅਵੇਲੇਬਲ ਹੈਗੇ ਆ। ਸੋ ਨੋਰਮਲੀ ਜਿਹੜਾ ਕੰਡਕਸ਼ਨ ਬੈਂਡ ਹੁੰਦਾ ਹੈ ਉਹ ਤੁਹਾਡਾ ਖਾਲੀ ਹੁੰਦਾ ਹੈਗਾ। ਸੋ ਕੰਡਕਸ਼ਨ ਬੈਂਡ ਐਂਡ ਵੈਲੈਂਸ ਬੈਂਡ ਦੋਨੋਂ ਆਪਸ ਦੇ ਵਿੱਚ ਸੈਪਰੇਟਡ ਹੈਗੇ ਆ ਇੱਕ એનર્ਜੀ ਗੈਪ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਆ ਫੋਰਬਿਡਨ એનર્ਜੀ ਗੈਪ। ਯਾਨੀ ਕਿ ਅਗਰ ਫਿਗਰ 'ਚ ਆਪਾਂ ਦੇਖਦੇ ਹੈਗੇ ਆ ਇਹ ਦੋਨਾਂ ਦੇ ਵਿੱਚ ਜਿਹੜੀ ਆ ਸਪੇਸ ਹੈਗੀ ਹੈ, this is called energy gap। ठीक है बच्चों। सो ਜਿਹੜਾ ਆਪਣਾ એનર્ਜੀ ਬੈਂਡਸ ਹੈਗੇ ਆ ਉਹ ਆਪਸ ਦੇ ਵਿੱਚ ਸੈਪਰੇਟਡ ਹੈਗੇ ਆ ਵਿਦ ਫੋਰਬਿਡਨ એનર્ਜੀ ਗੈਪ। ਅਗਰ ਮੈਂ ਡਾਇਗਰਾਮ ਰਿਪਰੈਜ਼ੈਂਟ ਕਰਦੀ ਹਾਂ, ਜਿਹੜਾ ਨੀਚੇ ਵਾਲਾ ਬੈਂਡ ਹੈ ਜਿਹਨੂੰ ਆਪਾਂ ਵੈਲੈਂਸ ਬੈਂਡ ਕਹਿੰਦੇ ਆ, ਇਟ ਇਜ਼ ਫਿਲਡ ਵਿਦ ਦ ਵੈਲੈਂਸ ਇਲੈਕਟ੍ਰੋਨ, ਤੇ ਅਪਰ ਬੈਂਡ ਜਿਹੜਾ ਹੈਗਾ ਕੰਡਕਸ਼ਨ ਬੈਂਡ ਹੈ ਜੋ ਹਮੇਸ਼ਾ ਨਹੀਂ ਜ਼ਰੂਰੀ ਕਿ ਉਹ ਖਾਲੀ ਹੋਏਗਾ। ਇਟ ਮੇ ਹੈਵ ਇਲੈਕਟ੍ਰੋਨਸ ਔਰ ਇਟ ਮੇ ਬੀ ਵੇਕੈਂਟ। ਔਰ ਦੋਨੋਂ ਬੈਂਡਸ ਜਿਹੜੇ ਆਪਸ ਦੇ ਵਿੱਚ ਸੈਪਰੇਟਡ ਹੈਗੇ ਆ એનર્ਜੀ ਗੈਪ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਆ ਫੋਰਬਿਡਨ એનર્ਜੀ ਗੈਪ। ਮੀਨਸ ਕੰਡਕਸ਼ਨ ਬੈਂਡ ਦੀ ਇੱਕ ਮਿਨੀਮਮ એનર્ਜੀ ਹੋਏਗੀ ਔਰ ਵੈਲੈਂਸ ਬੈਂਡ ਦੀ ਇੱਕ ਮੈਕਸਿਮਮ એનર્ਜੀ ਹੋਏਗੀ। ਦਿਸ ਇਜ਼ ਹਾਊ ਅ ਸਿੰਗਲ ਔਰਬਿਟ ਇਜ਼ ਸਪਲਿਟਡ ਇਨਟੂ ਅ ਬੈਂਡ। ਜਿਹੜਾ ਆਈਸੋਲੇਟਡ ਐਟਮ ਦੇ ਵਿੱਚ ਆ ਸਿੰਗਲ ਔਰਬਿਟ ਸੀਗੀ, ਇਹ ਤੁਹਾਡੀ ਦੋ ਪਾਰਟਸ ਦੇ ਵਿੱਚ ਸਪਲਿਟ ਹੋ ਜਾਂਦੀ ਹੈ। ਅਗਰ ਆਪਾਂ ਦੋ ਐਟਮਸ ਦੀ ਗੱਲ ਕਰਦੇ ਹਾਂ, ਦੋ ਐਟਮਸ ਆਪਸ ਦੇ ਵਿੱਚ ਮੋਲੀਕਿਊਲਸ ਬਣਾਉਂਦੇ ਆ। ਹੁਣ ਸਾਨੂੰ ਪਤਾ ਹੈਗਾ ਇੱਕ ਮੋਲ ਆਫ ਐਟਮ ਦੇ ਵਿੱਚ ਜਿਹੜੇ ਹੈਗੇ ਆ 6 × 10⁻23 ਐਟਮਸ ਹੁੰਦੇ ਹੈਗੇ ਆ। ਯਾਨੀ ਕਿ ਇੱਕ ਮੋਲ
ਆਫ ਸਿਲੀਕਨ ਕ੍ਰਿਸਟਲ ਦੇ ਵਿੱਚ ਜਿਹੜੇ એનર્ਜੀ ਲੈਵਲਸ ਹੈਗੇ ਆ ਉਹ 6 × 10⁻23 એનર્ਜੀ ਲੈਵਲਸ ਦੇ ਵਿੱਚ ਸਪਲਿਟ ਕਰਨਗੇ ਔਰ ਇਹ એનર્ਜੀ ਲੈਵਲਸ ਇੰਨੇ ਕਲੋਜ਼ ਹੋਣਗੇ ਆਪਸ ਦੇ ਵਿੱਚ, ਮੀਨਸ ਦੇ ਫਾਰਮ ਅ ਕੰਟੀਨਿਊਸ band. This is how a discrete energy level is changed to energy band. Thank you.